ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਪਿਆਰੇ ਗੁਰੂ ਸਵਾਰੇ ਗੁਰਮੁਖ ਜਨੋ, ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਆਨਲਾਈਨ ਗੁਰਮੁਖ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਅੱਜ ਦੀ ਕਲਾਸ ਦਾ ਵਿਸ਼ਾ ਜਿਵੇਂ ਆਪ ਜੀ ਨੂੰ ਮੈਸੇਜ ਸੁਨੇਹੇ ਰਾਹੀਂ ਭੇਜ ਦਿੱਤਾ ਗਿਆ ਹੈ, ਪਵਿੱਤਰ ਰਵਿਦਾਸ ਜੀ ਦੀ ਬਾਣੀ ਦੇ ਵਿੱਚ ਸੰਗੀਤ। ਇਹ ਵਿਸ਼ਾ ਵੀਰ ਸੁਰਜੀਤ ਸਿੰਘ ਜੀ ਚੰਡੀਗੜ੍ਹ ਤੋਂ ਸਾਡੇ ਨਾਲ ਨਿਭਾ ਰਹੇ ਹਨ। ਤਾਂ ਮੈਂ ਵੀਰ ਸੁਰਜੀਤ ਸਿੰਘ ਨੂੰ ਬੇਨਤੀ ਕਰ ਰਿਹਾ ਹਾਂ ਕਿ ਪਵਿੱਤਰ ਰਵਿਦਾਸ ਜੀ ਦੀ ਬਾਣੀ ਵਿੱਚ ਸੰਗੀਤ ਇਸ ਵਿਸ਼ੇ ਤੇ ਸਾਨੂੰ ਜਾਣਕਾਰੀ ਬਖਸ਼ਣ। ਵੀਰ ਸੁਰਜੀਤ ਸਿੰਘ ਜੀ ਚੰਡੀਗੜ੍ਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦੀ ਪ੍ਰੈਜੈਂਟੇਸ਼ਨ ਆਰੰਭ ਕਰਨ ਤੋਂ ਪਹਿਲਾਂ ਆਪਾਂ ਗੁਰੂ ਸਾਹਿਬ ਨੂੰ ਯਾਦ ਕਰੀਏ ਅਤੇ ਮੂਲ ਮੰਤਰ ਦਾ ਜਾਪ ਕਰਦੇ ਹਾਂ ਜੀ। ਉਸ ਤੋਂ ਬਾਅਦ ਆਪਾਂ ਆਪਣੀ ਅਗਲੀ ਗੱਲ ਵੱਲ ਤੁਰਾਂਗੇ। ਸੋ ਆਓ ਜੀ ਪਿਆਰ ਨਾਲ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਆਪ ਜੀ ਸਾਰਿਆਂ ਦਾ ਅੱਜ ਦੀ ਇਸ ਕਲਾਸ ਦੇ ਵਿੱਚ ਜੀ ਆਇਆਂ ਨੇ ਜੀ। ਆਪ ਜੀ ਸਾਰਿਆਂ ਨੂੰ ਇੱਕ ਵਾਰੀ ਦੁਬਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦਾ ਵਿਸ਼ਾ ਹੈ ਜੀ ਸਾਡਾ ਭਗਤ ਰਵਿਦਾਸ ਜੀ ਦੀ ਬਾਣੀ ਵਿੱਚ ਸੰਗੀਤ। ਸੋ ਆਓ ਇਸ ਵਿਸ਼ੇ ਤੇ ਆਪਣੀ ਚਰਚਾ ਆਰੰਭ ਕਰਦੇ ਹਾਂ ਜੀ। ਸੋ ਅੱਜ ਜੋ ਅਸੀਂ ਗੱਲਾਂ ਇਸ ਵਿਸ਼ੇ ਦੇ ਦੌਰਾਨ ਕਰਨੀਆਂ ਨੇ, ਉਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਭਗਤ ਰਵਿਦਾਸ ਜੀ ਦਾ ਇੱਕ ਸੰਖੇਪ ਜਿਹਾ ਇਤਿਹਾਸ। ਦੂਸਰਾ ਹੋਏਗਾ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਭਗਤ ਰਵਿਦਾਸ ਜੀ ਦੀ ਬਾਣੀ ਦੀ ਕੀ ਤਰਤੀਬ ਹੈ ਰਾਗਾਂ ਦੇ ਵਿੱਚ, ਅਤੇ ਭਗਤ ਰਵਿਦਾਸ ਜੀ ਦੀ ਬਾਣੀ ਵਿੱਚ ਸੰਗੀਤ ਜਾਂ ਰਾਗ ਕਹਿ ਲਈਏ, ਕਿਹੜੇ ਕਿਹੜੇ ਰਾਗਾਂ ਦੇ ਵਿੱਚ ਕਿੰਨੀ ਬਾਣੀ ਉਹਨਾਂ ਨੇ ਦਰਜ ਕੀਤੀ, ਅਤੇ ਜਿਹੜੇ ਵੀ ਰਾਗ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਨੇ ਉਹਦੇ ਵਿੱਚ ਕਿੰਨੀਆਂ ਕੁ ਬਾਣੀਆਂ, ਕਿੰਨੇ ਕੁ ਸ਼ਬਦ ਭਗਤ ਰਵਿਦਾਸ ਜੀ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹਨ, ਉਸ ਦੀ ਵੀ ਆਪਾਂ ਗੱਲ ਕਰਾਂਗੇ। ਸੋ ਆਓ ਆਪਾਂ ਇੱਕ ਸੰਖੇਪ ਜੀਵਨ ਇਤਿਹਾਸ ਤੋਂ, ਉਹਨਾਂ ਦੇ ਜਨਮ ਸਥਾਨ ਜਾਂ ਮਾਤਾ ਪਿਤਾ ਦੇ ਨਾਮ, ਉਹਨਾਂ ਨੇ ਕਿੱਥੋਂ ਸਿੱਖਿਆ ਲਈ ਅਤੇ ਉਹਨਾਂ ਦੇ ਕੀ ਅਕਾਲ ਚਲਾਣਾ ਦਾ ਸਮਾਂ ਰਿਹਾ ਹੈ, ਸੋ ਉਸ ਵਿਸ਼ੇ ਤੇ ਇੱਕ ਆਪਾਂ ਚਰਚਾ ਆਰੰਭ ਕਰ ਰਹੇ ਹਾਂ ਜੀ। ਸੋ ਭਗਤ ਰਵਿਦਾਸ ਜੀ ਨੂੰ ਹੋਰ ਵੀ ਬੜੇ ਸਾਰੇ ਨਾਵਾਂ ਨਾਲ ਉਹਨਾਂ ਨੂੰ ਜਾਣਿਆ ਜਾਂਦਾ ਹੈ। ਰਵਿਦਾਸ ਜੀ, ਭਗਤ ਰਵਿਦਾਸ ਕਰਕੇ ਆਪਣੇ ਗੁਰੂ ਗ੍ਰੰਥ ਸਾਹਿਬ 'ਚ ਨਾਂ ਆਇਆ। ਕਈ ਨਾਂ ਉਹਨੂੰ ਰੋਹੀ ਦਾਸ ਕਹਿੰਦੇ ਨੇ, ਕਈ ਰਹਿਦਾਸ ਜੀ ਵੀ ਕਹਿੰਦੇ ਨੇ। ਉਹਨਾਂ ਦੀਆਂ ਲਿਖਤਾਂ ਦੇ ਵਿੱਚ ਜਦੋਂ ਮੈਂ ਆਪਣੀ ਰਿਸਰਚ ਦੇ ਦੌਰਾਨ ਉਹਨਾਂ ਦੀਆਂ ਪੁਸਤਕਾਂ ਪੜ੍ਹੀਆਂ ਤੇ ਉਹਦੇ ਵਿੱਚ ਮੈਨੂੰ ਰਹਿਦਾਸ ਨਾਮ ਵੀ ਨਜ਼ਰ ਆਇਆ, ਰੋਹੀ ਦਾਸ ਵੀ ਨਜ਼ਰ ਆਇਆ। ਰਵਿਦਾਸ ਦੋ ਵਾਰੀ ਟਾਈਪ ਹੋ ਗਿਆ ਜੀ, ਪਰ ਇਸ ਤਰ੍ਹਾਂ ਦੇ ਨਾਂ ਉਹਨਾਂ ਦੇ ਆਪਾਂ ਨੂੰ ਮਿਲਦੇ ਨੇ, ਰੋਹੀ ਦਾਸ ਵੀ ਤੇ ਰਹਿਦਾਸ ਵੀ। ਸੋ ਆਪ ਜੀ ਦਾ ਜਨਮ ਬਨਾਰਸ ਛਾਉਣੀ ਰੇਲਵੇ ਸਟੇਸ਼ਨ ਦੇ ਪੱਛਮ ਵੱਲ 2 ਮੀਲ ਦੀ ਦੂਰੀ ਤੇ ਸਥਿਤ ਮਾਂਡੂਰ ਪਿੰਡ ਵਿੱਚ ਹੋਇਆ, ਜਿਸ ਦਾ ਪੁਰਾਣਾ ਨਾਂ ਮੰਡੂਆ ਡੀ ਸੀ, ਅਤੇ ਆਪ ਜੀ ਦਾ ਜਨਮ ਸਨ 1377 ਈਸਵੀ ਦੇ ਵਿੱਚ ਇੱਕ ਚਰਮਕਾਰ ਪਰਿਵਾਰ, ਜਿਹਨੂੰ ਅਸੀਂ ਅੱਜ ਆਮ ਲਫ਼ਜ਼ਾਂ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਚਮਾਰ ਪਰਿਵਾਰ ਕਹਿ ਸਕਦੇ ਹਾਂ, ਚਰਮਕਾਰ ਪਰਿਵਾਰ ਦੇ ਵਿੱਚ ਹੋਇਆ, ਤੇ ਜਿਸ ਦਾ ਕਿ ਉਲੇਖ ਆਪ ਭਗਤ ਰਵਿਦਾਸ ਜੀ ਆਪਣੀ ਬਾਣੀ ਦੇ ਵਿੱਚ ਕਰਦੇ ਨੇ।
ਨਾਗਰ ਜਨਾ ਮੇਰੀ ਜਾਤ ਵਿਖਿਆਤ ਚਮਾਰਨ। ਸੋ ਆਪ ਜੀ ਦੇ ਪਿਤਾ ਜੀ ਦਾ ਨਾਮ ਜਦੋਂ ਮੈਂ ਰਿਸਰਚ ਕੀਤੀ ਤੇ ਵੱਖ-ਵੱਖ ਇਤਿਹਾਸਕਾਰਾਂ ਨੇ ਵੱਖ-ਵੱਖ ਨਾਂ ਦਿੱਤੇ ਹੈ, ਪਰ ਜਿਸ ਨਾਵਾਂ ਦੇ ਵਿੱਚ ਸਾਰਿਆਂ ਦੀ ਬਹੁਤਾਤ ਦੀ ਸਹਿਮਤੀ ਹੈਗੀ ਹੈ ਉਹ ਇਸ ਪ੍ਰਕਾਰ ਹੈ ਜੀ ਕਿ ਪਿਤਾ ਜੀ ਦਾ ਨਾਮ ਸੰਤੋਖ ਦਾਸ ਜੀ, ਮਾਤਾ ਜੀ ਦਾ ਨਾਮ ਕਲਸੀ ਦੇਵੀ ਜੀ, ਪਤਨੀ ਦਾ ਨਾਮ ਲੋਨਾ ਜੀ ਅਤੇ ਪੁੱਤਰ ਦਾ ਨਾਮ ਵਿਜੈ ਦਾਸ ਜੀ ਆਉਂਦਾ ਹੈ। ਪਰ ਇਸ ਤੋਂ ਸਿਵਾ ਇੱਕ ਬਹੁਤ ਹੀ ਵਿਦਵਾਨ ਸੱਜਣ ਆਚਾਰ ਪ੍ਰਿਥਵੀ ਸਿੰਘ ਆਜ਼ਾਦ ਅਨੁਸਾਰ ਇਹਨਾਂ ਦੇ ਪਿਤਾ ਦਾ ਨਾਮ ਉਹ ਆਪਣੀ ਲਿਖਤਾਂ ਦੇ ਵਿੱਚ ਲਿਖਦੇ ਨੇ ਰਾਘਵ ਜਾਂ ਰਘੂ ਵੀ ਸੀ, ਅਤੇ ਮਾਤਾ ਜੀ ਦਾ ਨਾਮ ਕਰਮਾ ਦੇਵੀ ਲਿਖਦੇ ਨੇ। ਇਸੇ ਤਰ੍ਹਾਂ ਇੱਕ ਹੋਰ ਰਾਈਟਰ ਨੇ ਸਵਾਮੀ ਰਾਮਾਨੰਦ ਸ਼ਾਸਤਰੀ ਜੀ, ਉਹਨਾਂ ਦੇ ਅਨੁਸਾਰ ਵੀ ਪਿਤਾ ਜੀ ਦਾ ਨਾਮ ਜਿਹੜਾ ਉਹ ਰਘੂ ਹੈ ਅਤੇ ਮਾਤਾ ਜੀ ਦਾ ਨਾਮ ਕੁਰਬਨੀਆ ਕਹਿੰਦੇ ਨੇ। ਪਰ ਇਹ ਜਿਹੜੇ ਮੈਂ ਨਾਮ ਆਪ ਜੀ ਦੇ ਸਕਰੀਨ ਤੇ ਸ਼ੋ ਹੋ ਰਹੇ ਨੇ ਇਹ ਸੰਤ ਸੁਰਿੰਦਰ ਦਾਸ ਬਾਬਾ ਜੀ ਨੇ, ਜੋ ਰਵਿਦਾਸ ਸਮਾਜ ਦੇ ਵਿੱਚ ਜਿਨ੍ਹਾਂ ਦੇ ਕਿ ਜ਼ਿਆਦਾਤਰ ਵਿਦਵਾਨਾਂ ਨੇ ਇਸੇ ਨਾਵਾਂ ਨੂੰ, ਤੇ ਸੰਤ ਸੁਰਿੰਦਰ ਦਾਸ ਜੀ ਬਾਬਾ ਜੀ ਨੇ ਵੀ ਇਸੇ ਨਾਵਾਂ ਨੂੰ ਦਾ ਉਲੇਖ ਆਪਣੀਆਂ ਲਿਖਤਾਂ ਦੇ ਵਿੱਚ ਕੀਤਾ ਹੈ। ਅਤੇ ਇਹੀ ਨਾਂ ਸਾਡੇ ਵੀ ਜਿਨੇ ਇਤਿਹਾਸਕਾਰ ਨੇ ਗੁਰਬਾਣੀ ਸੰਗੀਤ ਦੇ ਜਾਂ ਫਿਰ ਗੁਰਮਤ ਦੇ ਜਿੰਨੇ ਵੀ ਇਤਿਹਾਸਕਾਰ ਨੇ ਉਹਨਾਂ ਨੇ ਇਹਨਾਂ ਨਾਵਾਂ ਦਾ ਹੀ ਜ਼ਿਕਰ ਕੀਤਾ ਹੈ ਜੋ ਆਪ ਜੀ ਦੇ ਸਕਰੀਨ ਤੇ ਸ਼ੋ ਹੋ ਰਿਹਾ। ਸੋ ਹੁਣ ਗੱਲ ਕਰਦੇ ਹਾਂ ਜੀ ਸਿੱਖਿਆ ਬਾਰੇ, ਕਿ ਆਮ ਕਰਕੇ ਜਿੰਨੇ ਵੀ ਲਿਖਤਾਂ ਮਿਲਦੀਆਂ ਨੇ ਉਹ ਆਪ ਜੀ ਨੂੰ ਸਵਾਮੀ ਰਾਮਾਨੰਦ ਜੀ ਦੇ ਚੇਲੇ ਮੰਨਦੇ ਹਨ ਅਤੇ ਭਗਤ ਕਬੀਰ ਜੀ ਦੇ ਸਮਕਾਲੀ। ਸਵਾਮੀ ਰਾਮਾਨੰਦ ਜੀ ਦੇ 12 ਮੁੱਖ ਚੇਲੇ ਦੱਸੇ ਜਾਂਦੇ ਨੇ, ਜਿਨ੍ਹਾਂ ਵਿੱਚ ਪੀਪਾ ਜੀ, ਭਗਤ ਕਬੀਰ ਜੀ, ਭਗਤ ਸੈਨ ਜੀ, ਧੰਨਾ ਜੀ, ਤੇ ਇਹਦੇ ਵਿੱਚ ਰਵਿਦਾਸ ਜੀ ਵੀ ਸਨ ਅਤੇ ਉਹਨਾਂ ਵਿੱਚ ਭਗਤ ਰਵਿਦਾਸ ਜੀ ਨੂੰ ਸਭ ਤੋਂ ਪ੍ਰਮੁੱਖ ਮੰਨਿਆ ਜਾਂਦਾ ਹੈ। ਸਿੱਖਿਆ ਦੇ ਵਿੱਚ ਅੱਗੇ ਹੋਰ ਚੱਲਦੇ ਹਾਂ ਅਸੀਂ। ਜਦੋਂ ਅਸੀਂ ਗੱਲ ਕਰਦੇ ਹਾਂ, ਇਹ ਤਾਂ ਜੋ ਵੀ ਅਸੀਂ ਗੱਲ ਕੀਤੀ ਕਿ ਇਹ ਲਿਖਤਕਾਰਾਂ ਨੇ ਕੀ ਲਿਖਿਆ ਜਾਂ ਵਿਦਵਾਨਾਂ ਦੇ ਕੀ ਮਤ ਨੇ, ਕਿ ਇਹਨਾਂ ਦੇ ਗੁਰੂ ਸਵਾਮੀ ਰਾਮਾਨੰਦ ਜੀ ਸਨ। ਪਰ ਜਦੋਂ ਅਸੀਂ ਗੁਰਬਾਣੀ ਦੀ ਗੱਲ ਕਰਦੇ ਹਾਂ, ਗੁਰਬਾਣੀ ਦੇ ਅਨੁਸਾਰ ਇਹ ਅਸੀਂ ਪਰਖਣ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦੇ ਗੁਰੂ ਕੌਣ ਸਨ। ਪਰ ਸਾਨੂੰ ਗੁਰਬਾਣੀ ਦੇ ਵਿੱਚ ਜਾਂ ਉਹਨਾਂ ਦੀਆਂ ਲਿਖਤਾਂ ਦੇ ਵਿੱਚ ਸਾਨੂੰ ਇਹੋ ਜਿਹਾ ਕੁਝ ਵੀ ਨਹੀਂ ਮਿਲਦਾ। ਪਰ ਜੇ ਕੁਝ ਮਿਲਦਾ ਹੈ ਤੇ ਗੁਰੂ ਅਰਜਨ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਰਵਿਦਾਸ ਢੁਵੰਤਾ ਢੂਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸਾਧ ਸੰਗਤ ਵਿੱਚ ਰਹਿ ਕੇ ਉਹਨਾਂ ਨੇ ਜਿਹੜਾ ਹੈਗਾ ਕਿ ਪ੍ਰਮਾਤਮਾ ਦੇ ਦਰਸ਼ਨ ਕੀਤੇ। ਸੋ ਇਸ ਤਰ੍ਹਾਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਗੁਰੂ ਅਰਜਨ ਸਾਹਿਬ ਜੀ ਫਰਮਾਉਂਦੇ ਨੇ ਕਿ ਉਹਨਾਂ ਨੂੰ ਜਿਹੜਾ ਪ੍ਰਮਾਤਮਾ ਦੀ ਪ੍ਰਾਪਤੀ ਹੋਈ ਹੈ ਉਹ ਸਾਧ ਸੰਗਤ ਦੇ ਵਿੱਚ ਹੋਈ ਹੈ, ਪ੍ਰਮਾਤਮਾ ਦੀ ਪ੍ਰਾਪਤੀ ਹੋਈ ਹੈ। ਪਰੰਤੂ ਇਤਿਹਾਸਕਾਰਾਂ ਨੇ ਜੋ ਲਿਖਿਆ ਹੈ ਉਹ ਲਿਖਿਆ ਹੈ ਕਿ ਸਵਾਮੀ ਰਾਮਾਨੰਦ ਜੀ ਦੇ ਉਹ ਸਿੱਖ ਸਨ। ਪਰ ਗੁਰਬਾਣੀ ਦੇ ਅਨੁਸਾਰ ਉਹਨਾਂ ਨੇ ਆਪਣੀ ਕਹਿ ਸਕਦੇ ਕਿ ਸਾਧ ਸੰਗਤ ਦੇ ਵਿੱਚ ਰਹਿ ਕੇ ਉਹਨਾਂ ਨੇ ਆਪਣੇ ਆਪ ਨੂੰ ਇੰਨਾ ਸਾਧਨਾ ਕੀਤੀ ਕਿ ਉਹਨਾਂ ਨੂੰ ਸਾਧ ਸੰਗਤ ਵਿੱਚ ਬੈਠ ਕੇ ਉਹਨਾਂ ਨੂੰ ਪ੍ਰਮਾਤਮਾ ਦੇ ਦਰਸ਼ਨ ਹੋਏ। ਸੋ ਇਸ ਤਰ੍ਹਾਂ ਉਹਨਾਂ ਨੂੰ ਆਪਾਂ ਇੰਝ ਕਹਿ ਸਕਦੇ ਹਾਂ ਗੁਰਬਾਣੀ ਅਨੁਸਾਰ ਉਹਨਾਂ ਦੇ ਜਿਹੜੇ ਗੁਰੂ ਨੇ ਉਹ ਪਰਮ ਪਿਤਾ ਪ੍ਰਮਾਤਮਾ ਆਪ ਸਨ। ਸੋ ਇਸ ਤਰ੍ਹਾਂ ਉਹਨਾਂ ਦਾ ਅਕਾਲ ਚਲਾਣਾ ਚਿੱਤੌੜ ਵਿਖੇ ਸਨ 1528 ਵਿੱਚ ਹੋਇਆ, ਇੰਝ ਵਿਦਵਾਨਾਂ ਦਾ ਮਤ ਹੈ। ਪਰ ਜੇਕਰ ਤੁਸੀਂ ਇਸ ਸਾਰੇ ਟੋਟਲ ਨੂੰ ਜੋੜੋ, 1377 ਈਸਵੀ ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਹੈ ਅਤੇ 1528 ਦੇ ਵਿੱਚ ਉਹਨਾਂ ਦੀ ਉਹ ਅਕਾਲ ਚਲਾਣਾ ਕਰਦੇ ਨੇ। ਸੋ ਇਸ ਅਨੁਸਾਰ ਇਹ ਪੂਰੀ ਜਿਹੜੀ ਉਮਰ ਬਣਦੀ ਹੈ ਉਹ ਬਣਦੀ ਹੈ 151 ਸਾਲ ਦੀ ਉਮਰ। ਜਦੋਂ ਅਸੀਂ ਆਮ ਜੀਵਨ ਦੇ ਵਿੱਚ ਅਸੀਂ ਦੇਖੀਏ ਤਾਂ 151 ਸਾਲ ਭੋਗਣਾ ਥੋੜਾ ਵਿਸ਼ਵਾਸ ਜਿਹਾ ਨਹੀਂ ਹੁੰਦਾ। ਪਰ ਭਗਤ ਰਵਿਦਾਸ ਜੀ ਇੱਕ ਆਚਾਰਵਾਨ ਭਗਤ ਸਨ ਤੇ ਇੰਝ ਲੱਗਦਾ ਹੈ ਕਿ ਇਹ ਕੋਈ ਔਖੀ ਗੱਲ ਵੀ ਨਹੀਂ ਹੈ। ਜਿਹੜੇ ਆਚਾਰਵਾਨ ਭਗਤ ਹੋਏ ਨੇ ਜਾਂ ਮਹਾਂਪੁਰਖ ਹੋਏ ਨੇ ਉਹਨਾਂ ਲਈ ਇਹ ਬਹੁਤੀ ਔਖੀ ਗੱਲ ਵੀ ਨਹੀਂ ਸੀ।
ਸੋ ਇਸ ਤਰ੍ਹਾਂ ਉਹਨਾਂ ਦੀ ਪੂਰੀ ਉਮਰ ਜੋ ਲਿਖਤਾਂ ਦੇ ਵਿੱਚ ਮਿਲਦਾ ਹੈ, ਉਹ 151 ਸਾਲ ਉਹਨਾਂ ਨੇ ਇਸ ਸੰਸਾਰ ਦੇ ਵਿੱਚ ਆਪਣਾ ਜਿਹੜਾ ਪ੍ਰਚਾਰ ਤੇ ਪ੍ਰਸਾਰ ਕੀਤਾ। ਸੋ ਆਓ ਜੀ ਹੁਣ ਅੱਗੇ ਆਪਾਂ ਜਿਹੜਾ ਸਾਡਾ ਮੇਨ ਟੌਪਿਕ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਭਗਤ ਰਵਿਦਾਸ ਜੀ ਦੀ ਬਾਣੀ ਦੀ ਤਰਤੀਬ ਦੇ ਬਾਰੇ ਆਪਾਂ ਗੱਲ ਕਰਨੀ ਹੈ। ਸੋ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਭਗਤ ਰਵਿਦਾਸ ਜੀ ਦੇ 16 ਰਾਗਾਂ ਦੇ ਵਿੱਚ 40 ਸ਼ਬਦ ਦਰਜ, 16 ਮੁੱਖ ਰਾਗਾਂ ਦੇ ਵਿੱਚ 40 ਸ਼ਬਦ ਦਰਜ ਹਨ, ਜਿਹਦੇ ਵਿੱਚੋਂ 2 ਸ਼ਬਦ, ਇੱਕ ਸ਼ਬਦ ਰਾਗ ਸੋਰਠ ਦੇ ਵਿੱਚ ਅਤੇ ਇੱਕ ਸ਼ਬਦ ਰਾਗ ਮਾਰੂ ਦੇ ਵਿੱਚ ਬਿਲਕੁਲ ਹੂ-ਬਹੂ ਮਿਲਦੇ ਜੁਲਦੇ, ਆਪਾਂ ਕਹਿ ਸਕਦੇ ਹਾਂ ਕਿ ਬਿਲਕੁਲ ਕੁਝ ਅੱਖਰਾਂ ਦੇ ਅੰਤਰ ਦੇ ਨਾਲ ਇਹ ਸ਼ਬਦ ਦੋਨੋਂ ਥਾਈਂ ਤੇ ਦਰਜ ਨੇ। ਜਿਵੇਂ ਸਕਰੀਨ ਤੇ ਆਪ ਜੀ ਨੂੰ ਨਜ਼ਰ ਆ ਰਿਹਾ ਹੋਵੇਗਾ, ਰਾਗ ਸੋਰਠ ਦੇ ਵੀ ਸ਼ਬਦ ਹੈ ਹਰ 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 ਨਾ ਜਪਹਿ ਰਸਨਾ, ਅਤੇ ਰਾਗ ਮਾਰੂ ਦੇ ਵਿੱਚ ਹਰ 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 ਨਾ ਜਪਸ ਰਸਨਾ। ਸੋ ਅੱਖਰਾਂ ਦਾ ਬਸ ਹਾਹੇ ਤੇ ਸੱਸੇ ਦਾ ਫਰਕ ਹੈ। ਤੇ ਇਸੇ ਤਰ੍ਹਾਂ ਕੁਝ ਇਹ ਸ਼ਬਦ ਜਦੋਂ ਅਸੀਂ ਪੂਰਾ ਦੇਖੀਏ ਤੇ ਕੁਝ ਸ਼ਬਦਾਂ ਦਾ ਜਿਵੇਂ ਲਾਈਨਾਂ ਦੇ ਵਿੱਚ ਅਸੀਂ ਆਂਦੀ ਹੈ ਕਿ ਅੱਖਰ ਸ਼ਬਦ ਆਂਦਾ ਹੈ, ਇੱਕ ਸ਼ਬਦ ਰਾਗ ਮਾਰੂ ਦੇ ਵਿੱਚ ਹੈ, ਉਹਦੇ ਵਿੱਚ ਅੱਖਰ ਮਤਲਬ ਅਛਰ ਮਾਹੀ। ਰਾਗ ਸੋਰਠ ਦੇ ਵਿੱਚ ਅੱਖਰ ਸ਼ਬਦ ਆਉਂਦਾ ਤੇ ਰਾਗ ਮਾਰੂ ਦੇ ਵਿੱਚ ਅਛਰ ਸ਼ਬਦ। ਸੋ ਸ਼ਬਦ ਦੇ ਬਸ ਇੱਕ ਸਰੂਪ ਚੇਂਜ ਹੁੰਦੇ ਨੇ, ਜ਼ਿਆਦਾਤਰ ਪੂਰੀ ਦੀ ਪੂਰੀ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਕੰਪੋਜੀਸ਼ਨ ਹੈ ਪੂਰੇ ਦੇ ਪੂਰਾ ਉਹ ਸ਼ਬਦ ਸੰਗ੍ਰਹਿ ਜਿਹੜਾ ਉਹ ਬਿਲਕੁਲ ਸੇਮ ਹੈ ਜਿਹੜਾ ਰਾਗ ਸੋਰਠ ਅਤੇ ਰਾਗ ਮਾਰੂ ਦੇ ਵਿੱਚ ਸਾਨੂੰ ਪ੍ਰਾਪਤ ਹੁੰਦਾ ਹੈ। ਸੋ ਤੀਸਰਾ ਜਿਹੜਾ ਹੈ ਜੀ, ਅਸੀਂ ਅੱਜ ਇਸ ਸੰਦਰਭ ਦੇ ਵਿੱਚ ਰਵਿਦਾਸ ਜੀ ਦੀ ਬਾਣੀ ਦੇ ਵਿੱਚੋਂ 3 ਸ਼ਬਦ ਵੀ ਸਰਵਣ ਕਰਾਂਗੇ। ਸੋ ਸਭ ਤੋਂ ਪਹਿਲਾ ਰਾਗ ਮੈਂ ਚੂਜ਼ ਕੀਤਾ ਉਹ ਰਾਗ ਆਸਾ, ਦੂਸਰਾ ਹੈ ਜੀ ਰਾਗ ਗੌੜੀ, ਤੀਸਰਾ ਹੈ ਰਾਗ ਸੂਹੀ। ਸੋ ਜਿਵੇਂ ਕਿ ਅਸੀਂ ਪਹਿਲਾਂ ਹੀ ਸਮਝ ਲਿਆ ਕਿ ਰਵਿਦਾਸ ਜੀ ਦੇ 16 ਮੁੱਖ ਰਾਗਾਂ ਦੇ ਵਿੱਚ 40 ਸ਼ਬਦ ਦਰਜ ਹਨ, ਉਹਦੇ ਵਿੱਚੋਂ ਆਪ ਜੀ ਨੂੰ 3 ਸ਼ਬਦ ਸਰਵਣ ਕਰਾਵਾਂਗਾ। ਸੋ ਸਭ ਤੋਂ ਪਹਿਲਾ ਰਾਗ ਹੋਏਗਾ ਜੀ ਆਸਾ, ਰਾਗ ਗੌੜੀ ਤੇ ਤੀਸਰਾ ਰਾਗ ਹੈ ਰਾਗ ਸੂਹੀ। ਸੋ ਰਾਗ ਆਸਾ, ਜਿਵੇਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਰਾਗ ਆਸਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਤਰਤੀਬ ਦਾ ਚੌਥਾ ਰਾਗ ਹੈ ਅਤੇ ਰਾਗ ਆਸਾ ਦੇ ਵਿੱਚ ਆਮ ਕਰਕੇ ਹਰ ਗੁਰੂ ਘਰ ਦੇ ਵਿੱਚ ਸਵੇਰੇ ਜਿਹੜੀ ਆਸਾ ਕੀ ਵਾਰ ਦੀ ਚੌਂਕੀ ਵੀ ਲਗਾਈ ਜਾਂਦੀ ਹੈ ਅਤੇ ਸ਼ਾਮ ਨੂੰ ਰਾਗ ਆਸਾ ਦੇ ਵਿੱਚ ਹੀ ਸੋਦਰ ਦੀ ਪੌੜੀ ਦਾ ਵੀ ਜਿਹੜਾ ਸੋਦਰ ਦਾ ਸ਼ਬਦ ਹੈ ਉਸ ਦਾ ਵੀ ਗਾਇਨ ਕੀਤਾ ਜਾਂਦਾ ਹੈ। ਸੋ ਇਸ ਤਰ੍ਹਾਂ ਸਾਡੇ ਗੁਰੂ ਘਰ ਦੇ ਵਿੱਚ ਜਾਂ ਆਮ ਸਿੱਖੀ ਜੀਵਨ ਜਾਚ ਦੇ ਵਿੱਚ ਰਾਗ ਆਸਾ ਇੱਕ ਬੜਾ ਹੀ ਮਹੱਤਵਪੂਰਨ ਅੰਗ ਹੈ। ਸੋ ਰਾਗ ਆਸਾ ਦੇ ਜੇ ਅਸੀਂ ਉਂਝ ਗੱਲ ਕਰੀਏ ਕਿ ਇਹਦਾ ਮਤਲਬ ਕੀ ਹੈ, ਸੋ ਰਾਗ ਆਸਾ ਵਿੱਚ ਪ੍ਰੇਰਣਾ ਅਤੇ ਹਿੰਮਤ ਦੀਆਂ ਮਜ਼ਬੂਤ ਭਾਵਨਾਵਾਂ ਹਨ। ਇਹ ਰਾਗ ਸੁਣਨ ਵਾਲੇ ਨੂੰ ਕਿਸੇ ਵੀ ਬਹਾਨੇ ਨੂੰ ਪਾਸੇ ਰੱਖਣ ਅਤੇ ਉਦੇਸ਼ ਦੀ ਪ੍ਰਾਪਤੀ ਲਈ ਲੋੜੀਂਦੀ ਕਾਰਵਾਈ ਕਰਨ ਲਈ ਦ੍ਰਿੜਤਾ ਅਤੇ ਅਭਿਲਾਸ਼ਾ ਦਿੰਦਾ ਹੈ। ਇਹ ਸਫਲ ਹੋਣ ਲਈ ਜਨੂਨ ਅਤੇ ਜੋਸ਼ ਦੀਆਂ ਭਾਵਨਾਵਾਂ ਨੂੰ ਪੈਦਾ ਕਰਦਾ ਹੈ ਸਫਲਤਾ ਦੇ ਲਈ। ਸੋ ਇੱਥੇ ਮੈਂ ਆਪ ਜੀ ਨੂੰ ਯਾਦ ਕਰਾਵਾਂਗਾ ਕਿ ਜਦੋਂ ਸਰਸਾ ਦੇ ਕੰਢੇ ਤੇ ਇੱਕ ਤਰਫ ਪਹਾੜੀ ਰਾਜੇ ਤੇ ਮੁਗਲਿਆ ਹੁਕੂਮਤ ਦੇ ਜਿੰਨੇ ਵੀ ਫੌਜ ਹੈ ਉਹ ਚੜ ਆਈ ਹੈ ਤੇ ਗੁਰੂ ਪਾਤਸ਼ਾਹ ਕਹਿ ਰਹੇ ਕਿ ਆਓ ਆਪਾਂ ਆਸਾ ਰਾਗ ਦੇ ਵਿੱਚ ਆਸਾ ਕੀ ਵਾਰ ਦਾ ਕੀਰਤਨ ਕਰਦੇ ਹਾਂ। ਸੋ ਇੱਥੇ ਜਿਹੜੀ ਇਹ ਗੱਲ ਹੈਗੀ ਕਿ ਇਹ ਸਫਲ ਹੋਣ ਲਈ ਜਨੂਨ ਅਤੇ ਜੋਸ਼ ਦੀਆਂ ਭਾਵਨਾਵਾਂ ਪੈਦਾ ਕਰਦਾ ਹੈ ਰਾਗ ਆਸਾ। ਸੋ ਗੁਰੂ ਸਾਹਿਬ ਨੇ ਵੀ ਉੱਥੇ ਹੁਕਮ ਕੀਤਾ ਕਿ ਅਸੀਂ ਸਾਰੇ ਰਲ ਕੇ ਆਸਾ ਕੀ ਵਾਰ ਦਾ ਕੀਰਤਨ ਕਰੀਏ। ਸੋ ਆਸਾ ਰਾਗ ਦਾ ਮੈਨੂੰ ਲੱਗਦਾ ਹੈ ਕਿ ਸਿੱਖੀ ਸਿਧਾਂਤ ਦੇ ਵਿੱਚ ਜਾਂ ਸਿੱਖੀ ਜੀਵਨ ਜਾਚ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਇੱਕ ਪੱਖ, ਇੱਕ ਅੰਗ ਹੈ ਜੋ ਸਾਨੂੰ ਸਾਰਿਆਂ ਨੂੰ ਗੁਰਬਾਣੀ ਦੇ ਨਾਲ ਰਾਗ ਆਸਾ ਦੇ ਵਿੱਚ ਬਾਣੀ ਨੂੰ ਪਰੋ ਕੇ ਗਾਉਣ ਦੀ ਤਾਕੀਦ ਕਰਦਾ ਹੈ। ਸੋ ਮੈਂ ਰਾਗ ਆਸਾ ਬਾਰੇ ਆਪ ਜੀ ਨੂੰ ਹੋਰ ਦੱਸਣਾ ਚਾਹਾਂਗਾ ਕਿ ਰਾਗ ਆਸਾ ਗੁਰਬਾਣੀ ਸੰਗੀਤ ਦਾ ਰਾਗ ਹੈ। ਇਹ ਇੰਡੀਅਨ ਕਲਾਸੀਕਲ ਦੇ ਵਿੱਚ ਨਹੀਂ ਮਿਲਦਾ।
ਇਹਦਾ ਬਹੁਤਾ ਉੱਥੇ ਰਾਗ ਮਾਂਡ ਕਰਕੇ ਇੱਕ ਰਾਗ ਦਾ ਜ਼ਿਕਰ ਆਉਂਦਾ ਹੈ, ਪਰ ਰਾਗ ਆਸਾ ਕੇਵਲ ਗੁਰਬਾਣੀ ਸੰਗੀਤ ਦਾ ਇੱਕ ਬਹੁਤ ਹੀ ਮਹੱਤਵਪੂਰਨ ਰਾਗ ਹੈ ਅਤੇ ਇਹ ਦੋਨੋਂ ਟਾਈਮ ਗਾਇਆ ਜਾਂਦਾ ਹੈ, ਸਵੇਰੇ ਵੀ ਗਾਇਆ ਜਾਂਦਾ ਹੈ ਤੇ ਸ਼ਾਮ ਨੂੰ ਵੀ ਗਾਇਆ ਜਾਂਦਾ ਹੈ। ਸੋ ਇਸ ਤਰ੍ਹਾਂ ਰਾਗ ਆਸਾ ਇੱਕ ਗੁਰਬਾਣੀ ਸੰਗੀਤ ਦਾ ਬਹੁਤ ਹੀ ਮਹੱਤਵਪੂਰਨ ਰਾਗ ਹੈ। ਸੋ ਇਸ ਦੇ ਵਿੱਚ ਭਗਤ ਰਵਿਦਾਸ ਜੀ ਦੇ 6 ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹਨ। ਆਪ ਜੀ ਸਕਰੀਨ ਤੇ ਦੇਖ ਰਹੇ ਹੋ। पहला शब्द है माधो अविद्या हितकीन, दूसरा शब्द है संत ची संगत संत कथा रस। सो तीसरा शब्द है जी माधो सत संगत शरण तुम्हारी, चौथा शब्द है तुझे चरण अरविंद पवन मन, पंजवां शब्द है हर 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 हरे, छेवां शब्द है जी माटी को पुत्रा कैसे नचत है। सो इस राग दे विच मैं आप जी नू 6वां शब्द जिहड़ा हैगा माटी को पुत्रा कैसे नचत है, देख है सुने बोले दौड़ियो फिरत है, इस शब्द का कीर्तन सरवण करावांगा। ते राग आसा दे विच ही कंपोजिशन हैगी है। सो आप जी राग आसा दे विच ही इस शब्द का आनंद माणो जी। सो आओ प्यार नाल इस शब्द नू सरवण करदे हां, फिर अगली गल आरंभ करदे हां जी। माटी को पुत्रा कैसे नचत है, माटी को पुत्रा कैसे नचत है, माटी को पुत्रा कैसे नचत है, देखे देखे सुने बोले दौरे ओ फिरत है, देखे देखे सुने बोले दौरे ओ फिरत है, माटी को पुत्रा कैसे नचत है। जब कछ पावे तब गर्भ करत है, जब कछ पावे तब गर्भ करत है, माया गई तब रोवन लगत है, माया गई तब रोवन लगत है, माटी को पुत्रा कैसे नचत है, माटी को पुत्रा कैसे नचत है, देखे देखे सुने बोले दौरे ओ फिरत है, माटी को पुत्रा कैसे नचत है। मन वच क्रम रस कसे लुभाना, मन वच क्रम रस कसे लुभाना, बिनस गया जाए कहूँ समाना,
जाए कहूँ समाना बेनस गया, जाए कहूँ समाना माटी को पुतरा कैसे नचत है, माटी को पुतरा कैसे नचत है। कह रविदास बाजी जग पाई, कह रविदास बाजी जग पाई, बाजीगर सो मोहे प्रीत बन आई, बाजीगर सो मोहे प्रीत बन आई, बाजीगर सो मोहे प्रीत बन आई, माटी को पुतरा कैसे नचत है, माटी को पुतरा कैसे नचत है, कैसे नचत है, कैसे नचत है। ਸੋ ਇਹ ਸੀ ਜੀ ਰਾਗ ਆਸਾ ਦੇ ਵਿੱਚ ਭਗਤ ਸਾਹਿਬ ਜੀ ਦੀ, ਭਗਤ ਰਵਿਦਾਸ ਜੀ ਦੀ ਬਾਣੀ ਦੇ ਵਿੱਚੋਂ ਇੱਕ ਸ਼ਬਦ, ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਨੈ ਬੋਲੇ ਦੌਰਿਓ ਫਿਰਤ ਹੈ। ਸੋ ਅਗਲਾ ਰਾਗ ਜਿਹੜਾ ਮੈਂ ਆਪ ਜੀ ਦੇ ਸਨਮੁਖ ਰੱਖਣਾ ਹੈ ਜੀ, ਉਹ ਰਾਗ ਹੈ ਰਾਗ ਗੌੜੀ। ਰਾਗ ਗੌੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਤਰਤੀਬ ਦਾ ਤੀਸਰਾ ਰਾਗ ਹੈ। ਵਿਦਵਾਨ ਸੱਜਣ ਅਤੇ ਸੰਗੀਤਕਾਰ ਇਸ ਰਾਗ ਨੂੰ, ਇਹਦਾ ਸੁਭਾਅ ਜਿਹੜਾ ਮੰਨਦੇ ਨੇ, ਉਹ ਬੜਾ ਹੀ ਦਿਆਲੂ ਪ੍ਰਕਿਰਤੀ ਦਾ ਸੁਭਾਅ ਮੰਨਦੇ ਨੇ। ਰਾਗ ਗੌੜੀ ਇੱਕ ਮਨੋਦਸ਼ਾ ਪੈਦਾ ਕਰਦੀ ਹੈ ਜਿੱਥੇ ਸਰੋਤੇ ਨੂੰ ਇੱਕ ਉਦੇਸ਼ ਨੂੰ ਪ੍ਰਾਪਤ ਕਰਨ ਲਈ ਸਖਤ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਇੰਜ ਕਹਿ ਸਕਦੇ ਹਾਂ ਕਿ ਕਿਸੇ ਵੀ ਟੀਚੇ ਨੂੰ ਪ੍ਰਾਪਤ ਕਰਨ ਲਈ ਸਖਤ ਮਿਹਨਤ ਕਰਨ ਲਈ ਇੱਕ ਉਤਸ਼ਾਹ ਜਿਹੜਾ ਉਹ ਰਾਗ ਗੌੜੀ ਦੇ ਵਿੱਚੋਂ ਪੈਦਾ ਹੁੰਦਾ ਹੈ। ਰਾਗ ਗੌੜੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਬਹੁਤ ਪਿਆਰਾ ਰਾਗ ਹੈ, ਕਿਉਂਕਿ ਇੰਡੀਅਨ ਕਲਾਸੀਕਲ ਦੇ ਵਿੱਚ ਰਾਗ ਗੌੜੀ ਦਾ ਬਹੁਤਾ ਜ਼ਿਕਰ ਮਿਲਦਾ ਨਹੀਂ ਹੈ। ਸੋ ਰਾਗ ਗੌੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਬਹੁਤ ਹੀ ਕਹਿ ਸਕਦੇ ਹਾਂ ਆਪਾਂ, ਜਿੰਨਾ ਗੁਰੂ ਸਾਹਿਬ ਨੇ ਇਹਨੂੰ ਮਾਣ ਬਖਸ਼ਿਆ ਹੈ, ਇੰਨਾ ਇੰਡੀਅਨ ਕਲਾਸੀਕਲ ਮਿਊਜ਼ਿਕ ਦੇ ਵਿੱਚ ਸਾਨੂੰ ਸੁਣਨ ਦੇ ਵਿੱਚ ਨਹੀਂ ਮਿਲਦਾ ਹੈ। ਸੋ ਰਾਗ ਗੌੜੀ ਦੇ ਵਿੱਚ ਬਹੁਤ ਸਾਰੇ ਉਪ ਰਾਗ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹਨ। ਜਿਵੇਂ ਆਪ ਜੀ ਨੂੰ ਮੈਂ ਦੱਸਣਾ ਚਾਹਾਂਗਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 31 ਸ਼ੁੱਧ ਰਾਗ ਨੇ, ਉਸ ਤੋਂ ਬਾਅਦ 31 ਮਿਸ਼ਰਿਤ ਰਾਗ, ਜਾਂ ਅਸੀਂ ਉਹਨੂੰ 31 ਉਪ ਰਾਗ ਕਹਿੰਦੇ ਹਾਂ। ਸੋ ਉਪ ਰਾਗ ਦੀ ਸ਼੍ਰੇਣੀ ਦੇ ਵਿੱਚ ਮਿਸ਼ਰਿਤ ਰਾਗ, ਰਾਗ ਪ੍ਰਕਾਰ, ਦੱਖਣੀ ਰਾਗ ਅਤੇ ਸੁਤੰਤਰ ਰਾਗ, ਇਸ ਤਰ੍ਹਾਂ ਦੇ ਰਾਗ ਆਉਂਦੇ ਨੇ। ਸੋ ਇਸ ਤਰ੍ਹਾਂ ਭਗਤ ਜੀ ਦੀ ਬਾਣੀ ਜਿਹੜੀ ਇਸ ਰਾਗ ਦੇ ਵਿੱਚ ਹੈ, ਉਹ ਜ਼ਿਆਦਾਤਰ ਉਪ ਰਾਗਾਂ ਦੇ ਵਿੱਚ ਹੈ। ਰਾਗ ਗੌੜੀ ਇੱਕ ਮੁੱਖ ਰਾਗ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ, ਪਰ 5 ਸ਼ਬਦ ਭਗਤ ਰਵਿਦਾਸ ਜੀ ਦੇ ਉਹ ਰਾਗ ਗੌੜੀ ਮੁੱਖ ਰਾਗ ਦੇ ਅੰਤਰਗਤ ਆਉਣ ਵਾਲੇ ਉਪ ਰਾਗਾਂ ਦੇ ਵਿੱਚ ਹੀ ਦਰਜ ਹੈ। ਜਿਵੇਂ ਰਾਗ ਗੌੜੀ ਗੁਆਰੇਰੀ ਦੇ ਵਿੱਚ 2 ਸ਼ਬਦ, ਰਾਮ ਗੁਸਈਆਂ ਜੀ ਕੇ ਜੀਵਨਾ, ਦੂਸਰਾ ਸ਼ਬਦ ਅਬ ਮੋਹੇ ਖੂਬ ਵਤਨ ਗਹਿ ਪਾਈ, ਤੇ ਦੂਸਰਾ ਰਾਗ ਗੌੜੀ ਬੈਰਾਗਣ ਦੇ ਵਿੱਚ 2 ਸ਼ਬਦ, ਕੋ ਬੰਜਾਰੂ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਏ ਰੇ, ਤੇ ਦੂਸਰਾ ਸ਼ਬਦ ਪਾਰ ਕੈਸੇ ਪਾਏ ਬੁਰੇ। ਤੀਸਰਾ ਰਾਗ ਰਾਗ ਗੌੜੀ ਮੁੱਖ ਰਾਗ ਦੇ ਅੰਤਰਗਤ ਉਪ ਰਾਗ ਗੌੜੀ ਪੂਰਬੀ, ਜਿਹਦੇ ਵਿੱਚ ਇੱਕ ਪਾਵਨ ਸ਼ਬਦ ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ਼ ਦਿਖਾਏ ਜੀ।
ਇਹ 5 ਸ਼ਬਦ ਭਗਤ ਰਵਿਦਾਸ ਜੀ ਦੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਰਾਗ ਗੌੜੀ ਮੁੱਖ ਰਾਗ ਦੇ ਅੰਤਰਗਤ ਆਉਣ ਵਾਲੇ ਇਹ 3 ਉਪ ਰਾਗਾਂ ਦੇ ਵਿੱਚ ਦਰਜ ਹੈ। ਅਤੇ ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਕਿ ਇਸ ਰਾਗ ਨੂੰ ਗਾਉਣ ਦਾ ਜਿਹੜਾ ਸਮਾਂ ਸਾਡੇ ਵਿਦਵਾਨ ਸੱਜਣਾ ਨੇ ਨਿਯਤ ਕੀਤਾ ਹੈ, ਉਹ ਨਿਯਤ ਕੀਤਾ ਹੈ ਜੀ ਸ਼ਾਮ ਦਾ। ਅਸੀਂ ਇਸ ਰਾਗ ਨੂੰ ਸ਼ਾਮ ਵੇਲੇ ਗਾਉਂਦੇ ਵਜਾਉਂਦੇ ਹਾਂ। ਸੋ ਇਸ ਰਾਗ ਦੇ ਵਿੱਚ ਮੈਂ ਆਪ ਜੀ ਨੂੰ ਇੱਕ ਸ਼ਬਦ ਰਾਗ ਗੌੜੀ ਗੁਆਰੇਰੀ ਦੇ ਵਿੱਚ ਸਰਵਨ ਕਰਾਵਾਂਗਾ, ਜੋ ਆਪ ਜੀ ਦੇ ਸਕਰੀਨ ਤੇ ਦੂਸਰਾ ਸ਼ਬਦ ਆ ਰਿਹਾ ਹੈ। ਅਬ ਮੋਹੇ ਖੂਬ ਵਤਨ ਗਹਿ ਪਾਈ, ਉਹਾਂ ਖੈਰ ਸਦਾ ਮੇਰੇ ਭਾਈ। ਇਹ ਰਾਗ ਗੌੜੀ ਗੁਆਰੇਰੀ ਦੇ ਵਿੱਚ ਹੀ ਜਿਹੜੀ ਇਹਦੀ ਕੰਪੋਜੀਸ਼ਨ ਹੈ ਉਹ ਨਿਬੱਧ ਕੀਤੀ ਗਈ ਹੈ। ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਕਿ ਇਹ ਉਪ ਰਾਗ ਖਾਸ ਕਰਕੇ ਗੌੜੀ ਦੇ ਪ੍ਰਕਾਰ ਬਹੁਤ ਹੀ ਘੱਟ ਮੈਂ ਕਹਿ ਲਵਾਂ ਕਿ ਕੋਈ ਵਿਰਲੇ ਰਾਗੀ ਜਾਂ ਵਿਰਲੇ ਗੁਣੀ ਸੱਜਣ ਹੈਗੇ ਨੇ, ਵਿਰਲੇ ਕੀਰਤਨਕਾਰ ਹੈਗੇ ਨੇ ਕਿ ਜਿਹੜੇ ਇਹਨਾਂ ਰਾਗਾਂ ਨੂੰ ਦੇ ਵਿੱਚ ਜਿਹੜੇ ਨਿਰਧਾਰਿਤ ਸ਼ਬਦ ਨੇ ਉਹਨਾਂ ਦਾ ਗਾਇਨ ਅਤੇ ਵਾਦਨ ਕਰਦੇ ਨੇ। ਆਪ ਜੀ ਨੂੰ ਇਹ ਸ਼ਬਦ ਤੇ ਸੁਣਨ ਵਿੱਚ ਮਿਲ ਜਾਏਗਾ ਕਿ ਅਬ ਮੋਹੇ ਖੂਬ ਵਤਨ ਗਹਿ ਪਾਈ, ਪਰ ਨਿਰਧਾਰਿਤ ਰਾਗ ਕਹਿਣ ਤੋਂ ਭਾਵ ਕਿ ਰਾਗ ਗੌੜੀ ਦੇ ਵਿੱਚ ਹੀ ਗਾਇਆ ਹੋਇਆ ਉਹ ਵਿਰਲੇ ਕਿਸੇ ਦਾ ਮਿਲੇਗਾ। ਸੋ ਅੱਜ ਇਸ ਪ੍ਰੈਜੈਂਟੇਸ਼ਨ ਦੇ ਵਿੱਚ ਆਪ ਜੀ ਰਾਗ ਗੌੜੀ ਦੇ ਸੁਰਾਂ ਦੇ ਉੱਤੇ ਹੀ ਇਹ ਸ਼ਬਦ ਆਪ ਜੀ ਨੂੰ ਸਰਵਨ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਆਓ ਪਹਿਲਾਂ ਇਸ ਸ਼ਬਦ ਨੂੰ ਸਰਵਨ ਕਰਦੇ ਹਾਂ ਜੀ। गुरु अब मोहे खूब वतन गह पाई, अब मोहे खूब वतन गह पाई, अब मोहे खूब वतन गह पाई। ऊहाँ खैर सदा मेरे भाई, ऊहाँ खैर सदा मेरे भाई। अब मोहे खूब वतन गह पाई, अब मोहे खूब वतन गह पाई। बेगमपुरा शहर को नाओ, बेगमपुरा शहर को नाओ। दुख अंदोह नहीं तह ठाओ, दुख अंदोह नहीं तैठाओ। ना तस्वीस खिराज ना माल, ना तस्वीस खिराज ना माल। खौफ ना खता न तरस जवाल, अब मोहे खूब वतन गह पाई। कायम दायम सदा पातशाही, कायम दायम सदा पातशाही। दोम ना सेम एक सोआही, दोम ना सेम एक सोआही। आबादान सदा मशहूर, आबादान सदा मशहूर। ऊहाँ गनी बसे मामूर, ऊहाँ गनी बसे मामूर। अब मोहे खूब
वतन कह पाई अब मोहे खूब, वतन कह पाई। ऊहा खैर सदा मेरे भाई, ऊहा खैर सदा मेरे भाई, अब मोहे खूब वतन कह पाई। त्यों त्यों सैल करें ज्यों पावे, त्यों त्यों सैल करें ज्यों पावे। महराम महल ना को अटकावे, महराम महल ना को अटकावे। कह रविदास खलास चमारा, कह रविदास खलास चमारा। जो हम शहरी सोमीत हमारा, जो हम शहरी सोमीत हमारा। अब मोहे खूब वतन कह पाई, अब मोहे खूब वतन कह पाई। ऊहा खैर सदा मेरे भाई, ऊहा खैर सदा मेरे भाई। अब मोहे खूब वतन कह पाई, वतन कह पाई, वतन कह पाई। सो ਏਸੀ ਜੀ ਰਾਗ ਗੌੜੀ ਦੇ ਵਿੱਚ ਇੱਕ ਸ਼ਬਦ। ਸੋ ਹੁਣ ਆਪਾਂ ਰਾਗ ਸੂਹੀ ਦੇ ਵਿੱਚ ਇੱਕ ਸ਼ਬਦ ਸਰਵਣ ਕਰਾਂਗੇ। ਸੋ ਉਸ ਤੋਂ ਪਹਿਲਾਂ ਰਾਗ ਸੂਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਤਰਤੀਬ ਦਾ 15ਵਾਂ ਰਾਗ ਹੈ ਅਤੇ ਇਸ ਰਾਗ ਨੂੰ ਸਾਡੇ ਕੀਰਤਨਕਾਰ ਦਿਨ ਦੇ ਦੂਜੇ ਪ੍ਰਹਿਰ ਦੇ ਵਿੱਚ ਇਸ ਰਾਗ ਦੀ ਬਾਣੀ ਦਾ ਕੀਰਤਨ ਕਰਦੇ ਨੇ। ਸੋ ਸੂਹੀ ਇੱਕ ਅਪ੍ਰਚਲਿਤ ਰਾਗ ਹੈ। ਭਾਵ ਅਪ੍ਰਚਲਿਤ ਤੋਂ ਭਾਵ ਕਿ ਜਿਵੇਂ ਕੁਝ ਰਾਗ ਨੇ ਜਿਹੜੇ ਕਿ ਬਹੁਤ ਪਪੂਲਰ ਨੇ, ਸੂਹੀ ਨਾ ਇੰਡੀਅਨ ਕਲਾਸੀਕਲ ਦੇ ਵਿੱਚ ਇਸ ਦਾ ਕੋਈ ਜ਼ਿਕਰ ਨਹੀਂ ਮਿਲਦਾ। ਉੱਥੇ ਇੱਕ ਰਾਗ ਹੈਗਾ ਸੂਹਾ, ਜਿਸ ਦਾ ਜ਼ਿਕਰ ਇੰਡੀਅਨ ਕਲਾਸੀਕਲ ਦੇ ਵਿੱਚ ਸਾਨੂੰ ਪ੍ਰਾਪਤ ਹੁੰਦਾ ਹੈ। ਕਈ ਵਾਰੀ ਕਈ ਵਿਦਵਾਨ ਉਸ ਸੂਹੇ ਨੂੰ ਹੀ ਸੂਹੀ ਸਮਝ ਲੈਂਦੇ ਨੇ, ਪਰ ਸੂਹੀ ਰਾਗ ਗੁਰਬਾਣੀ ਸੰਗੀਤ ਦਾ ਇੱਕ ਵਿਲੱਖਣ ਅਤੇ ਅਪ੍ਰਚਲਿਤ ਰਾਗ ਹੈ, ਜਿਹੜਾ ਕਿ ਕੇਵਲ ਤਾਂ ਕੇਵਲ ਗੁਰਬਾਣੀ ਸੰਗੀਤ ਦੇ ਵਿੱਚ ਹੀ ਸਾਨੂੰ ਉਸਦਾ ਸਰੂਪ ਪ੍ਰਾਪਤ ਹੁੰਦਾ ਹੈ। ਸੋ ਸੂਹੀ ਰਾਗ ਇੱਕ ਤਰ੍ਹਾਂ ਨਾਲ ਅਸੀਂ ਕਹਿ ਸਕਦੇ ਮਨੁੱਖ ਦੇ ਹੌਸਲੇ ਨੂੰ ਉੱਚਾ ਚੁੱਕਦਾ ਹੈ। ਸੂਹੀ ਅਜੀ ਸ਼ਰਧਾ ਦਾ ਪ੍ਰਗਟਾਵਾ ਕਰਦਾ ਹੈ ਕਿ ਸੁਣਨ ਵਾਲੇ ਨੂੰ ਅਤਿਅੰਤ ਨੇੜਤਾ ਅਤੇ ਅਮਿੱਟ ਪਿਆਰ ਦੀਆਂ ਭਾਵਨਾਵਾਂ ਦਾ ਅਨੁਭਵ ਹੁੰਦਾ ਹੈ। ਸੋ ਇਸ ਰਾਗ ਦੇ ਵਿੱਚ ਇਸ ਤਰ੍ਹਾਂ ਦੇ ਸ਼ਬਦਾਂ ਦਾ ਅਸੀਂ ਕਹਿ ਸਕਦੇ ਹਾਂ ਕਿ ਗੁਰੂ ਸਾਹਿਬ ਨੇ ਜ਼ਿਕਰ ਕੀਤਾ ਹੈ। ਇਸ ਤਰ੍ਹਾਂ ਦੇ ਗੁਰਬਾਣੀ ਦੇ ਸ਼ਬਦਾਂ ਦੇ ਇੱਕ ਖਜ਼ਾਨਾ ਸਾਨੂੰ ਦਿੱਤਾ ਹੈ ਕਿ ਜਿਹਦੇ ਨਾਲ ਕਿ ਸਾਨੂੰ ਪ੍ਰਮਾਤਮਾ ਨੂੰ ਹਮੇਸ਼ਾ ਨੇੜੇ ਸਮਝਣ ਦੀ ਇੱਕ ਭਾਵਨਾ ਅਤੇ ਉਹਦੇ ਪਿਆਰ ਦੀ ਇੱਕ ਭਾਵਨਾ ਦਾ ਸਾਨੂੰ ਅਨੁਭਵ ਹੁੰਦਾ ਹੈ ਇਹ ਸੂਹੀ ਰਾਗ ਦੇ ਵਿੱਚ। ਸੋ ਸੂਹੀ ਰਾਗ ਦੇ ਵਿੱਚ ਭਗਤ ਕਬੀਰ ਜੀ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 3 ਸ਼ਬਦ ਦਰਜ ਹਨ। ਪਹਿਲਾ ਸ਼ਬਦ ਹੈ ਸੋ ਕਤ ਜਾਣੈ ਪੀਰ ਪਰਾਈ, ਜਾ ਕੈ ਅੰਤਰ ਦਰਦ ਨਾ ਪਾਈ। ਦੂਸਰਾ ਸ਼ਬਦ ਹੈ ਕਿਆ ਤੂੰ ਸੋਇਆ ਜਾਗ ਆਨਾ, ਤੈਂ ਜੀਵਨ ਜਗ ਸਚ ਕਰ ਜਾਨਾ। ਤੀਸਰਾ ਸ਼ਬਦ ਹੈ ਇਹ ਤਨ ਐਸਾ ਜੈਸੇ ਘਾਸ ਕੀ ਟਾਟੀ, ਜਲ ਗਇਓ ਘਾਸ ਰਲ ਗਇਓ ਮਾਟੀ। ਸੋ ਇਹ ਪਾਵਨ ਸ਼ਬਦ ਰਾਗ ਸੂਹੀ ਦੇ ਵਿੱਚ
ਭਗਤ ਰਵਿਦਾਸ ਜੀ ਦਾ ਇਹ 3 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹਨ। ਸੋ ਆਓ ਆਪਾਂ ਇਸ 3 ਸ਼ਬਦਾਂ ਦੇ ਵਿੱਚੋਂ ਤੀਸਰਾ ਸ਼ਬਦ ऊंचे मंदिर साल रसोई एक घरी फुन रहन न होई ए तन ऐसा जैसे घास की टाटी जल गयो घास रल गयो माटी। ਇਹ ਸਰਵਣ ਕਰਦੇ ਹਾਂ ਜੀ। ਆਓ ਪਿਆਰ ਨਾਲ ਇਸ ਸ਼ਬਦ ਦਾ ਰਾਗ ਸੂਹੀ ਦੇ ਵਿੱਚ, ਨਿਰਧਾਰਿਤ ਰਾਗ ਦੇ ਵਿੱਚ, ਇਹ ਰਾਗ ਵੀ ਸਾਡੇ ਕੀਰਤਨਕਾਰਾਂ ਦੁਆਰਾ ਬਹੁਤਾ ਜ਼ਿਆਦਾ ਨਹੀਂ ਗਾਇਆ ਬਜਾਇਆ ਜਾਂਦਾ ਹੈ। ਕਿਤੇ ਕਿਤੇ ਰਾਗ ਦਰਬਾਰਾਂ ਦੇ ਵਿੱਚ ਸਾਨੂੰ ਇਹ ਰਾਗ ਸੂਹੀ ਸੁਣਨ ਨੂੰ ਮਿਲਦਾ ਹੈ। ਸੋ ਆਓ ਅੱਜ ਆਪਾਂ ਵੀ ਇਸ ਸ਼ਬਦ ਦਾ ਰਾਗ ਸੂਹੀ ਦੇ ਵਿੱਚ ਹੀ ਸਰਵਣ ਕਰਦੇ ਹਾਂ। ਆਓ ਜੀ ਪਿਆਰ ਨਾਲ ਸਰਵਣ ਕਰਦੇ ਹਾਂ। ਇਹ ਤਾਂ ਐਸਾ जैसे घास की टाटी जल गयो घास रल गयो माटी। जैसे घास की टाटी जल गयो घास रल गयो माटी। ऐसा मंदर साल रसोई ऊंचे मंदर साल रसोई एक करी करीफोन रहन ना होई। तन ऐसा जैसे घास की टाटी जल गयो घास रल गयो माटी। ऐसा भाई बांध कुटुंब सहेरा पाई बांध कुटुंब सहेरा ओए पीला लागे काड सवेरा हुए भी लागे काड सवेरा। ऐसा जैसे घास की टाटी जल गयो घास रल गयो माटी। ऐसा
कर की नार उरे तन लागी, कर की नार उरे तन लागी। ओहो तो पूत पूत कर पागी। ओहो तो पूत पूत कर पागी। ऐसा जैसे घास की टाटी, जल गयो घास रल गयो माटी। ऐसा कह रविदास सबे जग लुटिया। कह रविदास सबे जग लुटिया। हम तो एक राम के छूटिया। हम तो एक राम के छूटिया। ऐसा जैसे घास की टाटी, जल गयो घास रल गयो माटी। ऐसा ਸੋ ਇਹ ਸੀ ਜੀ ਭਗਤ ਰਵਿਦਾਸ ਜੀ ਦੇ ਸੂਹੀ ਰਾਗ ਦੇ ਵਿੱਚ ਗਾਇਨ ਕੀਤਾ ਹੋਇਆ ਸ਼ਬਦ, ਇਹ ਤਨ ਐਸਾ ਜੈਸੇ ਘਾਸ ਕੀ ਟਾਟੀ, ਜਲ ਗਇਓ ਘਾਸ ਰਲ ਗਇਓ ਮਾਟੀ। ਰਾਗ ਸੂਹੀ ਦੇ ਵਿੱਚ ਹੀ ਆਪ ਜੀ ਨੇ 3 ਸ਼ਬਦ ਸਰਵਣ ਕੀਤੇ ਨੇ। ਇੱਕ ਰਾਗ ਆਸਾ ਦੇ ਵਿੱਚ, ਇੱਕ ਸ਼ਬਦ ਰਾਗ ਗੌੜੀ ਦੇ ਵਿੱਚ ਅਤੇ ਇੱਕ ਸ਼ਬਦ ਰਾਗ ਸੂਹੀ ਦੇ ਵਿੱਚ। ਇਹਨਾਂ ਵਿੱਚੋਂ 2 ਰਾਗ ਜਿਹੜੇ ਕਿ ਬਹੁਤ ਹੀ ਅਪ੍ਰਚਲਿਤ ਨੇ, ਕਦੀ ਕਿਧਰੇ ਸੁਣਨ ਦੇ ਵਿੱਚ, ਰਾਗ ਦਰਬਾਰਾਂ ਦੇ ਵਿੱਚ ਵੀ ਆਮ ਕਰਕੇ ਜਿਹੜਾ ਰਾਗ ਆਪਾਂ ਗੌੜੀ ਦੇ ਵਿੱਚ ਸ਼ਬਦ ਸਰਵਣ ਕੀਤਾ ਸੀਗਾ, ਆਪਾਂ ਨੂੰ ਸੁਣਨ ਨੂੰ ਨਹੀਂ ਮਿਲਦਾ। ਸੋ ਰਾਗ ਗੌੜੀ ਗੁਆਰੇਰੀ ਦੇ ਵਿੱਚ ਜਿਹੜਾ ਸ਼ਬਦ ਆਪਾਂ ਨੇ ਸਰਵਣ ਕੀਤਾ ਸੀ, ਆਪ ਮੂਹੇ ਖੂਹ ਵਤਨ ਗਏ ਪਾਈ, ਇਹ ਕਿਤੇ ਆਮ ਕੀਰਤਨ ਦਰਬਾਰਾਂ ਜਾਂ ਰਾਗ ਦਰਬਾਰ ਦੇ ਵਿੱਚ ਵੀ ਗਾਇਨ ਸੁਣਨ ਨੂੰ ਵੀ ਨਹੀਂ ਮਿਲਦਾ। ਸੋ ਅੱਜ ਆਪਾਂ ਜੀ ਨੇ ਇੱਕ ਵਾਰੀ ਬਰੀਫ ਦੇ ਵਿੱਚ ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਕਿ ਭਗਤ ਰਵਿਦਾਸ ਜੀ ਦੇ 16 ਮੁੱਖ ਰਾਗਾਂ ਦੇ ਵਿੱਚ 40 ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਨੇ। ਉਹਦੇ ਵਿੱਚੋਂ 2 ਸ਼ਬਦ, ਇੱਕ ਰਾਗ ਸੋਰਠ ਦਾ ਹਰ 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 ਨਾ ਜਪੈ ਰਸਨਾ, ਅਤੇ ਇੱਕ ਰਾਗ ਮਾਰੂ ਦੇ ਵਿੱਚ ਸ਼ਬਦ ਹਰ 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 ਨਾ ਜਪਸ ਰਸਨਾ। ਜਪੈ ਅਤੇ ਜਪਸ ਬਸ ਅੱਖਰਾਂ ਦੇ ਵਿੱਚ ਕਹਿ ਸਕਦੇ ਹਾਂ ਕਿ ਸਮੇਂ ਦਰ ਸਮੇਂ ਕਈ ਵਾਰੀ ਅਸੀਂ ਜਪੈ ਬੋਲਦੇ ਹਾਂ, ਕਈ ਵਾਰੀ ਆਪਾਂ ਜਪਸ ਬੋਲਦੇ ਹਾਂ, ਕਈ ਵਾਰੀ ਅੱਛਰ ਬੋਲਦੇ ਹਾਂ, ਕਈ ਵਾਰੀ ਅੱਖਰ ਬੋਲਦੇ ਹਾਂ। ਸੋ ਇਹਦੇ ਨਾਲ ਹੀ ਡਿਫਰੈਂਸ ਹੈ, ਸ਼ਬਦ ਬਿਲਕੁਲ ਰਲਦੇ ਮਿਲਦੇ ਨੇ, ਬਿਲਕੁਲ ਸੇਮ ਨੇ। ਸੋ ਇਸ ਤਰ੍ਹਾਂ ਰਾਗ 3 ਰਾਗਾਂ ਦੇ ਵਿੱਚ ਅਸੀਂ ਜ਼ਿਕਰ ਕੀਤਾ ਹੈ। ਪਹਿਲਾ ਰਾਗ ਅਸੀਂ ਲਿਆ ਸੀ ਰਾਗ ਆਸਾ, ਦੂਸਰਾ ਰਾਗ ਲਿਆ ਸੀ ਅਸੀਂ ਗੌੜੀ, ਤੀਸਰਾ ਸੀ ਰਾਗ ਸੂਹੀ। ਰਾਗ ਆਸਾ ਦੇ ਵਿੱਚ
ਭਗਤ ਸਾਹਿਬ ਦੇ 4, ਜਿਹੜਾ ਕਿ ਚੌਥਾ ਸਾਡਾ ਰਾਗ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਤਰਤੀਬ ਦਾ, ਉਹਦੇ ਵਿੱਚ ਭਗਤ ਜੀ ਦੇ 6 ਸ਼ਬਦ, ਭਗਤ ਰਵਿਦਾਸ ਜੀ ਦੇ 6 ਸ਼ਬਦ ਦਰਜ ਹਨ ਰਾਗ ਆਸਾ ਦੇ ਵਿੱਚ। ਰਾਗ ਗੌੜੀ, ਜਿਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਤਰਤੀਬ ਦਾ ਤੀਸਰਾ ਸਥਾਨ ਹੋਣ ਦਾ ਮਾਣ ਪ੍ਰਾਪਤ ਹੈ, ਉਸ ਰਾਗ ਦੇ ਵਿੱਚ ਭਗਤ ਰਵਿਦਾਸ ਜੀ ਦੇ 5 ਸ਼ਬਦ ਦਰਜ ਹਨ। ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਤਰਤੀਬ ਦਾ 15ਵਾਂ ਰਾਗ, ਰਾਗ ਸੂਹੀ, ਜਿਸ ਦੇ ਵਿੱਚ 3 ਸ਼ਬਦ ਭਗਤ ਰਵਿਦਾਸ ਜੀ ਦੇ ਦਰਜ ਹਨ, ਜਿਹਦੇ ਵਿੱਚੋਂ ਅਸੀਂ ਇੱਕ ਸ਼ਬਦ ਦਾ ਗਾਇਨ ਸਰਵਣ ਕੀਤਾ ਹੈ। ਅਤੇ ਰਾਗ ਦੇ ਵਿੱਚ ਕੀ ਭਾਵਨਾ ਹੈ, ਰਾਗ ਆਸਾ ਦੇ ਵਿੱਚ, ਰਾਗ ਗੌੜੀ ਦੇ ਵਿੱਚ ਅਤੇ ਰਾਗ ਸੂਹੀ ਦੇ ਵਿੱਚ, ਉਸ ਨੂੰ ਵੀ ਅਸੀਂ ਸਮਝਣ ਦਾ ਅਸੀਂ ਯਤਨ ਕੀਤਾ ਹੈ। ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਕਿ ਰਾਗ ਆਸਾ ਉਂਝ ਤਾਂ ਗੁਰਬਾਣੀ ਸੰਗੀਤ ਦੇ ਆਧਾਰ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਰਾਗ ਤਰਤੀਬ ਦਾ ਉਹ ਚੌਥਾ ਰਾਗ ਹੈ, ਪਰ ਜੇਕਰ ਅਸੀਂ ਲਿਖਣ ਸ਼ੈਲੀ ਵੱਲ ਧਿਆਨ ਦਈਏ ਤਾਂ ਰਾਗ ਆਸਾ ਦਾ ਜ਼ਿਕਰ ਸਭ ਤੋਂ ਪਹਿਲਾਂ ਆਉਂਦਾ ਹੈ। ਜਪਜੀ ਸਾਹਿਬ ਦੀ ਬਾਣੀ ਜਿੱਦਾਂ ਹੀ ਖਤਮ ਹੁੰਦੀ ਹੈ, ਉਸ ਤੋਂ ਬਾਅਦ 100 ਦਰ ਦੀ ਜਿਹੜੀ ਬਾਣੀ ਹੈ ਉਹ ਰਾਗ ਆਸਾ ਜੀ ਦੇ ਵਿੱਚ, ਰਾਗ ਆਸਾ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਇਸ ਤਰ੍ਹਾਂ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਸਭ ਤੋਂ ਪਹਿਲਾ ਜਿਹੜਾ ਰਾਗ ਦਾ ਕੋਈ ਜ਼ਿਕਰ ਆਇਆ ਹੈ, ਉਹ ਸਭ ਤੋਂ ਪਹਿਲਾ ਰਾਗ ਆਸਾ ਦਾ ਜ਼ਿਕਰ ਆਇਆ ਹੈ। ਅਤੇ ਇਸ ਰਾਗ ਦੀ ਜਿਹੜੀ ਬਾਣੀ ਹੈਗੀ ਹੈ, ਖਾਸ ਕਰਕੇ ਆਸਾ ਜੀ ਕੀ ਵਾਰ ਦੀ ਜਿਹੜੀ ਬਾਣੀ, ਆਸਾ ਕੀ ਵਾਰ ਦੀ ਬਾਣੀ ਹੈ, ਉਹਦਾ ਗਾਇਨ ਲਗਭਗ ਹਰ ਗੁਰੂ ਘਰ ਦੇ ਵਿੱਚ ਕੀਤਾ ਜਾਂਦਾ ਹੈ। ਅਤੇ 22 ਵਾਰਾਂ ਦੇ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ 22 ਵਾਰ, 22 ਵਾਰਾਂ ਦੇ ਵਿੱਚੋਂ ਇੱਕ ਵਾਰ ਜਿਹੜੀ ਇਹ ਟੁੰਡੇ ਅਸਰਾਜੇ ਕੀ ਧੁਨੀ ਵਾਲੀ ਜਿਹੜੀ ਵਾਰ ਹੈਗੀ, ਇਹ ਵੀ ਰਾਗ ਆਸਾ ਦੇ ਵਿੱਚ ਦਰਜ ਹੈ ਅਤੇ ਜਿਸ ਦਾ ਅਸੀਂ ਸਾਰੇ ਆਨੰਦ ਮਾਣਦੇ ਹਾਂ, ਕੀਰਤਨ ਸੁਣਦੇ ਹਾਂ। ਪਰ ਦੁਖਾਂਤ ਇਹ ਹੈ, ਦੁਖਾਂਤ ਮੈਂ ਕਹਾਂਗਾ ਕਿ ਇਹ ਹੈ ਕਿ ਬਹੁਤੀ ਵਾਰੀ ਜਦੋਂ ਆਸਾ ਕੀ ਵਾਰ ਦਾ ਕੀਰਤਨ ਹੁੰਦਾ ਹੈ, ਉਦੋਂ 5 ਜਣੇ ਉਸ ਦਰਬਾਰ ਹਾਲ ਦੇ ਵਿੱਚ ਹੁੰਦੇ ਨੇ। ਉਹ 5 ਜਣੇ ਤੋਂ ਭਾਵ ਕੀ ਹੈ ਕਿ 3 ਤੇ ਕੀਰਤਨੀਏ ਸਿੰਘ ਹੁੰਦੇ ਨੇ, ਇੱਕ ਗੁਰੂ ਸਾਹਿਬ ਦੇ ਤਾਬਿਆਂ ਬੈਠਾ ਹੁੰਦਾ ਤੇ ਇੱਕ ਸਿੰਘ ਜਿਹੜਾ ਦੇਗ ਤੇ ਬੈਠਾ ਹੁੰਦਾ। ਤੇ ਇਸ ਤੋਂ ਬਾਅਦ ਸਾਡੀ ਦੁਖਾਂਤ ਹੈ ਕਿ ਸਿਮਰਨ ਸਾਧਨਾ ਦੇ ਪ੍ਰੋਗਰਾਮਸ ਬਹੁਤ ਚੱਲ ਪਏ ਨੇ, ਪਹਿਲੇ ਪਹਿਰ ਦਾ ਸਿਮਰਨ ਵੀ ਚੱਲ ਪਿਆ ਹੈ, ਪਰ ਇਹ ਸਾਡੀ ਦੁਖਾਂਤ ਹੈ ਕਿ ਆਸਾ ਕੀ ਵਾਰ ਜੀ ਦਾ ਕੀਰਤਨ ਵੇਲੇ ਸੰਗਤ ਕੋਈ ਨਹੀਂ ਜੇ ਹੁੰਦੀ। ਮੈਨੂੰ ਲੱਗਦਾ ਹੈ ਪਰਸਨਲੀ ਕਿ ਖਾਸ ਕਰਕੇ ਜਿਹੜੀ ਆਸਾ ਕੀ ਵਾਰ ਦੀ ਬਾਣੀ ਹੈ, ਉਹਦੇ ਵਿੱਚ ਗੁਰੂ ਸਾਹਿਬ ਨੇ ਹਰ ਇੱਕ ਪੱਖ ਜੀਵਨ ਦੇ, ਜਾਂ ਉਹ ਰਾਜਨੀਤਿਕ ਹੋ ਜਾਂ ਫਿਰ ਉਹ ਧਾਰਮਿਕ ਪੱਖ ਹੋਵੇ, ਉਸ ਪੱਖ ਨੂੰ ਗੁਰੂ ਸਾਹਿਬ ਨੇ ਰਾਗ ਆਸਾ ਦੇ ਵਿੱਚ, ਖਾਸ ਕਰਕੇ ਆਸਾ ਕੀ ਵਾਰ ਦੀ ਬਾਣੀ ਦੇ ਵਿੱਚ ਦਰਜ ਕੀਤਾ ਹੈ। ਅਤੇ ਇਸ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ ਕਿ ਸਾਡੀ ਸੰਗਤ ਜਿਹੜੀ ਹੈ ਇਸ ਬਾਣੀ ਦੇ ਲਈ ਅਵੇਅਰਨੈਸ ਲਿਆਈਏ, ਅਸੀਂ ਸੰਗਤ ਨੂੰ ਪ੍ਰੇਰੀਏ। ਅਸੀਂ ਜਿਵੇਂ ਨਿਤਨੇਮ ਦੇ ਕਰਦੇ ਹਾਂ, ਅਸੀਂ ਕਹਿ ਲਓ ਕਿ ਸਮਾਗਮ ਰੱਖਦੇ, ਕੀਰਤਨ ਸਮਾਗਮ ਰੱਖਦੇ, ਇਸੇ ਤਰ੍ਹਾਂ ਮੈਨੂੰ ਲੱਗਦਾ ਕਿ ਆਸਾ ਕੀ ਵਾਰ ਦਾ ਵੀ ਸਮਾਗਮ ਹੋਣਾ ਚਾਹੀਦਾ, ਜਿਹਦੇ ਨਾਲ ਕਿ ਸਾਨੂੰ ਗੁਰੂ ਸਾਹਿਬ ਦੀਆਂ ਜਿਹੜੀਆਂ ਮੇਨ ਸਿੱਖਿਆਵਾਂ ਸਨ ਉਹਦੇ ਨਾਲ ਅਸੀਂ ਜੁੜੀਏ। ਅਤੇ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਕਿ ਜਦੋਂ ਅਸੀਂ ਆਸਾ ਕੀ ਵਾਰ ਦਾ ਗੱਲ ਕਰਦੇ ਹਾਂ ਤੇ ਪੂਰੇ ਸਿੱਖ ਹਿਸਟਰੀ ਦੇ ਵਿੱਚ ਸਾਨੂੰ ਇੱਕੋ ਜ਼ਿਕਰ ਆਉਂਦਾ ਹੈ ਕਿ ਜੰਗ ਲੱਗੀ ਹੋਈ ਹੈ ਅਤੇ ਗੁਰੂ ਸਾਹਿਬ ਹੁਕਮ ਕਰ ਰਹੇ ਨੇ ਕਿ ਆਓ ਸਿੰਘੋ ਆਪਾਂ ਆਸਾ ਕੀ ਵਾਰ ਦਾ ਕੀਰਤਨ ਕਰੀਏ। ਆਸਾ ਕੀ ਵਾਰ ਦਾ ਕੀਰਤਨ ਉਹ ਵੀ ਕੋਈ 10 ਮਿੰਟ ਦਾ ਨਹੀਂ ਹੈ, 15 ਮਿੰਟ ਦਾ ਨਹੀਂ ਹੈ। ਆਸਾ ਕੀ ਵਾਰ ਦੀ ਪੂਰੀ ਬਾਣੀ ਜਿਹੜੀ 24 ਜਿਹੜੀਆਂ ਉਹਦੀਆਂ ਪੌੜੀਆਂ ਨੇ, ਉਹਦਾ ਕੀਰਤਨ ਕਰਨਾ ਇਟਸ ਅ ਲੌਂਗ ਟਾਈਮ ਚਾਹੀਦਾ, ਉਹਦੇ ਲਈ ਘੰਟਾ ਚਾਹੀਦਾ ਘੱਟੋ ਘੱਟ। ਸੋ ਉਸ ਵੇਲੇ ਵੀ ਗੁਰੂ ਸਾਹਿਬ ਨੇ ਇੰਨਾ ਸਮਾਂ ਲਾ ਕੇ ਉਸ ਬਾਣੀ ਨੂੰ ਇੰਨੀ ਇੰਪੋਰਟੈਂਸ ਦਿੱਤੀ ਹੈ। ਪਰ ਅੱਜ ਜਿਵੇਂ ਸੁਖਮਨੀ ਸਾਹਿਬ ਦੇ ਜਾਪ ਹੁੰਦੇ ਨੇ, ਚੰਗੀ ਗੱਲ ਹੈ, ਬਾਣੀ ਕੋਈ ਵੀ ਪੜ੍ਹਨੀ ਚਾਹੀਦੀ, ਆਪਾਂ ਨਹੀਂ ਕਹਿੰਦੇ ਨਹੀਂ ਪੜ੍ਹਨੀ ਚਾਹੀਦੀ, ਕੋਈ ਵੀ ਬਾਣੀ ਪੜ੍ਹਨੀ ਚਾਹੀਦੀ, ਪਰ ਜਿਹਦੀ ਇੰਪੋਰਟੈਂਸ ਜ਼ਿਆਦਾ ਸੀ ਸਿੱਖ ਇਤਿਹਾਸ ਦੇ ਵਿੱਚ, ਸੋ ਉਸ ਨੂੰ ਅੱਜ ਬਿਲਕੁਲ ਹੀ ਖਤਮ ਕੀਤਾ ਜਾ ਚੁੱਕਿਆ ਹੈ। ਤੇ ਆਮ ਕਰਕੇ ਬਸ ਗੁਰੂ ਘਰਾਂ ਦੇ ਵਿੱਚ ਕੀਰਤਨੀਏ ਸਿੰਘ ਜਿਹੜੇ ਹੁੰਦੇ ਨੇ, ਉਹਨਾਂ ਨੇ ਬਸ ਆਪਣੀ ਆਸਾ ਕੀ ਵਾਰ ਦੀ ਜਿਹੜੀ ਹੈ ਚੌਕੀ ਲਾਈ ਤੇ ਉਹ ਵੀ ਬਸ ਚੌਕੀ ਲਾ ਕੇ ਤੇ ਆਪਣਾ ਕੰਮ ਖਤਮ ਕਰਦੇ ਨੇ। ਸੋ ਮੈਨੂੰ ਲੱਗਦਾ ਕਿ ਦੁਬਾਰਾ ਤੋਂ ਸਾਨੂੰ ਭਗਤ ਸਾਹਿਬਾਨਾਂ ਦੀਆਂ ਸਿੱਖਿਆਵਾਂ, ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ, ਇਹਨਾਂ ਨੂੰ ਸਾਨੂੰ ਮੁੜ ਦ੍ਰਿੜ ਕਰਨ ਦੀ ਲੋੜ ਹੈ ਅਤੇ ਸਾਨੂੰ ਸਾਰਿਆਂ ਨੂੰ ਇਸ ਦੇ ਉੱਤੇ ਖੜਨ ਦੀ ਲੋੜ ਹੈ ਕਿ ਸਾਨੂੰ ਜੋ ਗੁਰੂ ਸਾਹਿਬਾਨਾਂ ਨੇ, ਭਗਤ ਸਾਹਿਬਾਨਾਂ ਨੇ ਰਾਗਾਂ ਦੇ ਵਿੱਚ ਸਾਨੂੰ ਬਾਣੀ ਦਿੱਤੀ, ਉਹਦਾ ਅਸੀਂ ਕੀਰਤਨ ਉਸੇ ਰਾਗ ਨਿਰਧਾਰਿਤ ਦੇ ਵਿੱਚ ਕਰੀਏ ਅਤੇ ਸਾਡਾ ਵੀ ਜੀਵਨ ਸਫਲ ਹੋਏ ਅਤੇ ਸਾਡਾ ਇਤਿਹਾਸ ਜਿਹੜਾ, ਨਹੀਂ ਤਾਂ ਕੀ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ 'ਚ ਅਸੀਂ ਵੀ ਬਸ ਇਤਿਹਾਸਿਕ
ਇਤਿਹਾਸ ਹੀ ਰਹਿ ਜਾਏਗਾ ਸਾਡਾ ਕਿ ਹਾਂ ਬਈ ਇੰਜ ਕੀਰਤਨ ਹੁੰਦਾ ਸੀਗਾ। ਜਿਵੇਂ ਅੱਜ ਦੀ ਦੌਰ 'ਚ 22 ਵਾਰਾਂ ਦੇ ਵਿੱਚੋਂ 21 ਵਾਰ ਸਾਨੂੰ ਨਹੀਂ ਪਤਾ ਕਿਵੇਂ ਗਾਈ ਜਾਂਦੀ ਸੀ। ਅਵਲ ਤਾਂ ਆਸਾ ਕੀ ਵਾਰ ਦਾ ਵੀ ਕੋਈ ਫਿਕਸ ਪੈਟਰਨ ਨਹੀਂ ਹੈ ਕਿ ਇੰਜ ਹੀ ਗਾਈ ਜਾਂਦੀ ਹੋਏਗੀ, ਪਰ ਇਹ ਵੀ ਸ਼ੁਕਰ ਹੈ ਕਿ ਆਸਾ ਕੀ ਵਾਰ ਗਾਈ ਤਾਂ ਜਾਂਦੀ ਹੈ। 21 ਵਾਰਾਂ ਦਾ ਕੀਰਤਨ ਕਿੰਜ ਹੁੰਦਾ ਸੀ ਸਾਨੂੰ ਬਿਲਕੁਲ ਵੀ ਨਹੀਂ ਪਤਾ, ਨਾ ਸਾਡੇ ਕੋਲ ਕੋਈ ਸੋਰਸ ਹੈ ਕਿ ਜਿੱਥੋਂ ਅਸੀਂ ਕੁਝ ਲੱਭ ਸਕੀਏ, ਸਾਨੂੰ ਕੁਝ ਪ੍ਰਾਪਤ ਹੋ ਸਕੇ। ਸੋ ਇਸੇ ਤਰ੍ਹਾਂ ਜੇ ਇਹ ਚੀਜ਼ਾਂ ਵੀ ਵਿਲੁਪਤ ਹੋ ਗਈਆਂ ਤੇ ਕੇਵਲ ਤਾਂ ਕੇਵਲ ਅਸੀਂ ਇਤਿਹਾਸ ਦੇ ਵਿੱਚ ਪੜ੍ਹਦੇ ਹੀ ਰਵਾਂਗੇ ਕਿ ਇਹ ਵਾਰਾਂ ਦਾ ਵੀ ਕੀਰਤਨ ਹੁੰਦਾ ਹੋਏਗਾ। ਸੋ ਇਹ ਸਤਿਗੁਰੂ ਜੀ ਨੇ ਇਹ ਸੇਵਾ ਮੇਰੀ ਲਾਈ ਸੀ। ਸੋ ਇਹ ਸਤਿਗੁਰੂ ਜੀ ਆਪਣੇ ਦਰ ਤੇ ਪ੍ਰਵਾਨ ਕਰਨ, ਸੰਗਤ ਪ੍ਰਵਾਨ ਕਰੇ ਜੀ। ਸੋ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਲਈ ਖਿਮਾ ਬਖਸ਼ਣੀ ਅਤੇ ਅਸੀਸ ਬਖਸ਼ਣੀ ਕਿ ਇਸੇ ਤਰ੍ਹਾਂ ਜਿਹੜੀ ਰਾਗਾਤਮਕ ਬਾਣੀ ਹੈ ਅਤੇ ਇਤਿਹਾਸਿਕ ਸ਼ੋਧਾਂ ਦੇ ਨਾਲ ਕੋਸ਼ਿਸ਼ ਕਰੀਏ ਕਿ ਸਾਨੂੰ ਵੀ ਸਤਿਗੁਰੂ ਇੰਨੇ ਉਦਮ ਉਪਰਾਲੇ ਬਖਸ਼ਣ ਕਿ ਅਸੀਂ ਆਪ ਸੰਗਤ ਦੀ ਸੇਵਾ ਦੇ ਲਈ ਇਹ ਸਾਰੀਆਂ ਚੀਜ਼ਾਂ ਲੈ ਕੇ ਆ ਸਕੀਏ ਜੀ। ਸੋ ਹੋਈਆਂ ਭੁੱਲਾਂ ਦੀ ਖਿਮਾ। ਸੋ ਆਪ ਜੀ ਸਾਰਿਆਂ ਦਾ ਇੱਕ ਵਾਰੀ ਤਹਿ ਦਿਲੋਂ ਧੰਨਵਾਦ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।